हेलो स्टूडेंट्स, वेलकम टू माय यूट्यूब चैनल। अज आपां एक्सरसाइज 3 जिहड़ी हैगी है मॉडर्न बुक दी 3E एक्सरसाइज अज आपां करन जा रहे हैं। ठीक है, 3E दे विच की है ट्रांसपोज ऑफ मैट्रिक्स। पहला आपां ओहदी इंट्रो पढ़ते हैं। इंट्रो दे विच अपने कोले ट्रांसपोज की हुंदा मैट्रिक्स दा। द मैट्रिक्स ऑब्टेन्ड फ्रॉम एनी गिवन मैट्रिक्स ए। ਆਪਾਂ ਕੋਈ ਵੀ ਮੈਟ੍ਰਿਕਸ ਪ੍ਰਾਪਤ ਕਰਦੇ ਹਾਂ ਕਿਹਦੇ ਤੋਂ? ਆਪਣੇ ਕੋਲੇ ਗਿਵਨ ਮੈਟ੍ਰਿਕਸ A ਹੁੰਦਾ ਹੈ ਬਾਈ ਇੰਟਰਚੇਂਜਿੰਗ ਮਤਲਬ ਬਦਲਣਾ। ਇਟਸ ਰੋਜ਼ ਐਂਡ ਕਾਲਮਸ ਇਜ਼ ਕਾਲਡ ਇਟਸ ਟਰਾਂਸਪੋਜ਼। ਇਹਦੇ ਰੋਜ਼ ਨੂੰ ਆਪਾਂ ਕਾਲਮ ਕਰ ਦਿੰਨੇ ਆ, ਜਿਹੜੇ ਦੇ ਕਾਲਮ ਹੁੰਦੇ ਆ ਉਹਨਾਂ ਨੂੰ ਆਪਾਂ ਕੀ ਕਰ ਦਿੰਨੇ ਆ? ਰੋਜ਼ ਬਣਾ ਦਿੰਨੇ ਆ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਟਰਾਂਸਪੋਜ਼ ਆਫ ਮੈਟ੍ਰਿਕਸ। ਠੀਕ ਹੈ, एंड इज डिनोटेड बाय ए ते डैश ला के भी लिखा जा सकता है। ए दी पावर टी, ए दे उपर स्मॉल टी पा के या फिर ए दे उपर कैपिटल टी पा के आपां इहनूं डिनोट करते हैं। वैसे डैश नाल ही तुहानूं ज़्यादा लिखा मिलूगा। ठीक है, पर इहदियां आ वालियां डिनोशनस भी हुंदियां ने। हुण देखो करके देखते हैं आपां। मान लो अपने कोले एक मैट्रिक्स है 3 2 2 3 दा। अगर आपां इहदा ट्रांसपोज करना है तो इहदा जिहड़ा पहली रो आ उहनूं आपां इहदा बना दिंदे आ पहला कॉलम। ਜਿਹੜੀ ਇਹਦੀ ਦੂਜੀ ਰੋ ਹੈ ਉਹਨੂੰ ਆਪਾਂ ਇਹਦਾ ਬਣਾ ਦਿੰਨੇ ਆ ਦੂਜਾ ਕਾਲਮ। ਦੇਖੋ ਮੇਰੇ ਤੋਂ ਸੇਮ ਲਿਖੇਗੇ, ਆਪਾਂ ਹੋਰ ਲਿਖ ਲੈਣੇ ਆ 1 3 4 5। ਅਗਰ ਆਪਾਂ ਇਹਦਾ ਟਰਾਂਸਪੋਜ਼ ਕਰਦੇ ਆ, ਜਿਹੜਾ ਇਹਦੀ ਪਹਿਲੀ ਰੋ ਆ, ਜਿਹੜੀ ਇਹਦੀ ਪਹਿਲੀ ਰੋ ਹੈ 1 ਤੇ 3, ਉਹਨੂੰ ਇਹਦਾ ਪਹਿਲਾ ਕਾਲਮ ਬਣਾ ਦਿੰਨੇ ਆ 1 ਤੇ 3। ਜਿਹੜੀ ਇਹਦੀ ਦੂਸਰੀ ਰੋ ਹੈ 4 ਤੇ 5, ਉਹਨੂੰ ਇਹਦਾ ਦੂਸਰਾ ਕਾਲਮ ਬਣਾ ਦਿੰਨੇ ਆ 4 ਤੇ 5। ਕਲੀਅਰ? ਠੀਕ ਹੈ, ਥਿਊਰਮਸ ਇਹਦੀਆਂ ਹੈਗੀਆਂ ਨੇ। ਇਹ ਤੁਸੀਂ ਆ ਰਿਜ਼ਲਟ ਐਜ਼ ਇਟ ਇਜ਼ ਯਾਦ ਕਰਨੇ ਨੇ क्योंकि रिजल्ट तुहाडे एज इट इज यूज होणगे। ठीक है, एक एक नंबर के क्वेश्चनों के सीधे डायरैक्ट रिजल्ट पूछे जाएंगे तुहाडे तो। मैं रिजल्ट्स नूं याद करना, मैं सिर्फ इंपॉर्टेंट लिखे इन्ने कर लो सफिशिएंट। ए ट्रांसपोज दा ट्रांसपोज, अगर आपां किसी भी मैट्रिक्स का 2 बार ट्रांसपोज कर दिए तो दोबारा तो की बन जाता है? सेम मैट्रिक्स बन जाता है। अगर आपां A प्लस B उन्होंने ऐड करके उहदा ट्रांसपोज करिए ਜਾਂ ਪਹਿਲਾਂ A ਦਾ ਟਰਾਂਸਪੋਜ਼ ਕਰ ਲਈਏ ਤੇ B ਦਾ ਟਰਾਂਸਪੋਜ਼ ਕਰ ਲਈਏ, ਬਾਅਦ ਚ ਉਹਨਾਂ ਨੂੰ ਐਡ ਕਰੀਏ ਤਾਂ ਦੋਨੋਂ ਕੀ ਹੋਣਗੇ? ਇਕੁਅਲ ਹੋਣਗੇ। ਅਗਰ ਕੋਈ ਵੀ ਕਾਂਸਟੈਂਟ ਸਕੇਲਰ ਬੋਲ ਦਿੰਦੇ ਇਹਨਾਂ ਨੂੰ, ਕੋਈ ਵੀ ਕਾਂਸਟੈਂਟ K ਨਾਲ A ਲੱਗਿਆ ਹੋਇਆ, ਇਹਦਾ ਟਰਾਂਸਪੋਜ਼ ਕਰ ਲਈਏ ਚਾਹੇ ਆਪਾਂ A ਦਾ ਟਰਾਂਸਪੋਜ਼ ਕਰਕੇ ਫਿਰ ਉਹ K ਨਾਲ ਮਲਟੀਪਲਾਈ ਕਰ ਲਈਏ ਤਾਂ ਦੋਨੋਂ ਵੈਲਿਊਜ਼ ਕੀ ਹੋਣਗੀਆਂ? ਸੇਮ ਹੋਣਗੀਆਂ। ਆਹ ਵਾਲਾ ਮੋਸਟ ਇੰਪੋਰਟੈਂਟ ਹੈ ਕਿਉਂਕਿ ਬਾਕੀ ਸਾਰੇ ਤੁਹਾਡੇ ਈਜ਼ੀਲੀ ਯਾਦ ਰਹਿ ਜਾਂਦੇ ਨੇ। ਰਿਵਰਸਲ ਲਾਅ ਬੋਲਦੇ ਨੇ ਇਹਨੂੰ, ਸੌਰੀ ਲੈ ਲਿਖਿਆ ਗਿਆ ਮੇਰੇ ਤੋਂ, ਰਿਵਰਸਲ ਲਾਅ। A B ਦੀ ਪ੍ਰੋਡਕਟ ਦਾ ਜੇ ਤੁਸੀਂ ਟਰਾਂਸਪੋਜ਼ ਕਰਦੇ ਹੋ ਤਾਂ ਕਿਹਦੇ ਇਕੁਅਲ ਹੋ ਜਾਂਦਾ ਹੈ? B ਦਾ ਟਰਾਂਸਪੋਜ਼ ਤੇ A ਦਾ ਟਰਾਂਸਪੋਜ਼। ਕਿਉਂਕਿ ਆਪਾਂ ਨੂੰ ਇਹ ਪਤਾ ਹੈ A B B A ਦੇ ਇਕੁਅਲ ਜ਼ਰੂਰੀ ਨਹੀਂ ਕਿ ਇਹਦੇ ਇਕੁਅਲ ਹੋਗੀ, ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ। ਪਰ ਜੇ ਤੁਸੀਂ ਪ੍ਰੋਡਕਟ ਕਰਕੇ ਦਾ ਟਰਾਂਸਪੋਜ਼ ਕਰਦੇ ਹੋ ਤਾਂ ਇਹ ਕਿਹਦੇ ਇਕੁਅਲ ਆ ਜਾਂਦਾ? B ਦਾ ਟਰਾਂਸਪੋਜ਼ A ਦਾ ਟਰਾਂਸਪੋਜ਼। ਠੀਕ ਹੈ, ਹਾਂਜੀ ਇੱਕ ਗੱਲ ਹੋਰ ਸੀ ਕਿ जिन्होंने बच्चों ने चैनल को सबसक्राइब नहीं किया वो कर लो, अगे अपने फ्रेंड्स नाल शेयर करो क्योंकि कई बच्चे इदां दे ने जिहड़े ट्यूशन अफोर्ड नहीं कर सकते। ठीक है, तो मेरा परपज़ करवाउण दा फ्री दे विच यही है यूट्यूब ते कि जिहड़े बच्चे ट्यूशन वगैरह अफोर्ड नहीं कर सकते वो अगर जिन्ना मैं करवा रही हाँ उन्ना सही तरीके नाल करके ते अपनी प्रैक्टिस नाल करते रहणगे तां तुहाडे जिहड़े हैगे डेफिनेटली मार्क्स जिहड़े वो 80 ਦੇ ਵਿੱਚੋਂ 70 ਤੋਂ ਅਬਵ ਜਾਣਗੇ। ਜਿਸ ਤਰੀਕੇ ਨਾਲ ਅਗਰ ਮੈਂ ਕਰਵਾ ਰਹੀ ਹਾਂ ਤੁਸੀਂ ਸੇਮ ਤਰੀਕਾ ਫੋਲੋ ਕਰਦੇ ਹੋ, ਯਾਨੀ ਕਿ ਪਹਿਲਾਂ ਜੋ ਮੈਂ ਕਰਵਾ ਰਹੀ ਹਾਂ ਉਹਨੂੰ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਦੇ ਹੋ, ਫਿਰ ਪੂਰੀ ਐਕਸਰਸਾਈਜ਼ ਨੂੰ ਕੰਪਲੀਟ ਕਰਦੇ ਹੋ। ਅਗਰ ਤੁਹਾਡਾ ਕੋਈ ਡਾਊਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਕੇ ਸੈਂਡ ਕਰ ਸਕਦੇ ਹੋ। ਕੁਝ ਬੱਚਿਆਂ ਦੇ ਮੇਰੇ ਕੋਲੇ ਡਾਊਟਸ ਆਏ ਹੋਏ ਆ ਤਾਂ ਉਹ ਸਾਰੇ ਜਿਹੜੇ ਹੈਗੇ ਨੇ ਮੈਂ ਇਕੱਠੇ ਇੱਕ ਵੀਡੀਓ ਦੇ ਵਿੱਚ ਜਿਹੜੇ ਹੈਗੇ ਤੁਹਾਨੂੰ ਸਾਰੇ ਡਾਊਟਸ ਕਲੀਅਰ ਕਰ ਦੂੰਗੀ। ਠੀਕ ਹੈ, ਨੈਕਸਟ ਦੇਖੋ ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ ਮੈਟ੍ਰਿਸਿਸ। ਸਿਮੈਟਰੀ ਕੀ ਹੁੰਦਾ ਹੈ? ਜਦੋਂ A ਦਾ ਟਰਾਂਸਪੋਜ਼ ਕਰਨ ਤੇ ਸੇਮ A ਆ ਜਾਏ, ਜਿਵੇਂ ਆ ਕੀਤਾ ਸੀ ਆਪਾਂ, ਆ ਦੇਖੋ A ਦਾ ਟਰਾਂਸਪੋਜ਼ ਕੀਤਾ ਸੀ ਤਾਂ ਸੇਮ ਆ ਹੀ ਬਣ ਗਿਆ ਸੀ ਨਾ, ਉਦੋਂ ਇਹਨੂੰ ਕੀ ਬੋਲਦੇ ਆਪਾਂ? ਸਿਮੈਟ੍ਰਿਕ ਮੈਟ੍ਰਿਕਸ। ਸਕਿਊ ਸਿਮੈਟ੍ਰਿਕ ਕੀ ਹੁੰਦਾ ਹੈ? ਜਦੋਂ A ਦਾ ਟਰਾਂਸਪੋਜ਼ ਕਰਨ ਤੇ -A ਦੇ ਇਕੁਅਲ ਆ ਜਾਏ ਉਦੋਂ ਆਪਾਂ ਕੀ ਬੋਲਦੇ ਇਹਨੂੰ? ਸਕਿਊ ਸਿਮੈਟ੍ਰਿਕ। ਬਸ ਇਹਦੀ ਡੈਫੀਨੇਸ਼ਨ ਯਾਦ ਰੱਖ ਲਿਓ, ਕੁਐਸਚਨਾਂ ਦੇ ਵਿੱਚ ਯੂਜ਼ ਹੋਊਗਾ, ਉਦੋਂ ਆਪਾਂ ਦੇਖਦੇ ਹਾਂ ਕੀ ਬਣਦਾ। ਐਨੀ ਸਕੁਅਰ ਮੈਟ੍ਰਿਕਸ कैन बी एक्सप्रैस्ड एज दी सम ऑफ सिमेट्रिक एंड स्क्यू सिमेट्रिक मैट्रिक्स। कोई भी स्क्वायर मैट्रिक्स ਨੂੰ ਤੁਸੀਂ ਦੋ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਦੇ ਸਮ ਦੇ ਰੂਪ ਦੇ ਵਿੱਚ ਲਿਖ ਸਕਦੇ ਹੋ। ਉਸ ਤੋਂ ਬਾਅਦ ਆ ਜਾਂਦਾ ਕੰਜੂਗੇਟ ਆਫ ਅ ਮੈਟ੍ਰਿਕਸ। ਕੰਜੂਗੇਟ ਕੀ ਹੁੰਦਾ ਹੈ? ਕਈ ਵਾਰ ਆਪਾਂ ਨੂੰ ਐ ਦਿੱਤਾ ਹੁੰਦਾ ਹੈ 1 + ਆਈਟਾ ਆਈਟਾ 2 3 + ਆਈਟਾ, ਇਹ ਦਿੱਤਾ ਹੁੰਦਾ ਹੈ। ਇੱਥੇ ਵੀ ਆਈਟਾ ਲਾ ਲਓ, ਕੋਈ ਗੱਲ ਨਹੀਂ।
ਕੰਜੂਗੇਟ ਕੀ ਹੁੰਦਾ ਹੈ, ਜਿਹੜਾ ਆਈਟਾ ਦੀ ਵੈਲਿਊ ਆ ਉਹਦਾ ਸਾਈਨ ਚੇਂਜ ਕਰਦੇ ਨੇ, ਪਲੱਸ ਹੈ ਤਾਂ ਮਾਈਨਸ ਹੈ, ਮਾਈਨਸ है तो प्लस कर देना, इतने माइनस लगा लो फिर तो ईजिली समझ आ जाऊगा। ये हो गया -2i, ये हो जाऊगा +3 आइटा। इनू बोलते हैं कंजूगेट ऑफ अ मैट्रिक्स। ठीक है, कंजूगेट समझ लगी। जेड़े भी आइटा दी वैल्यूज आ उन्हां दा साइन चेंज कर देने फ्रॉम द मैट्रिक्स बाय रिप्रेजेंटिंग द एलिमेंट्स ऑफ देयर कंजूगेट एंड शैड टू बी कंजूगेट ऑफ मैट्रिक्स। कुछ नहीं करना हुंदा, बस कंजूगेट किनू बोलते हैं जदों आपां इहदा ਜਿਹੜੀਆਂ ਆਈਟੀ ਵਾਲੀਆਂ ਵੈਲਿਊਜ਼ ਹੁੰਦੀਆਂ ਨੇ ਉਹਨਾਂ ਦਾ ਸਾਈਨ ਚੇਂਜ ਕਰ ਦਿੰਦੇ ਆ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹਾਰਮੇਸ਼ਨ। ਹਾਰਮੇਸ਼ਨ ਕੀ ਹੁੰਦਾ ਹੈ, ਕੰਜੂਗੇਟ ਮੈਟ੍ਰਿਕਸ ਦਾ ਟਰਾਂਸਪੋਜ਼ ਕਰਦੇ ਆ। ਕੰਜੂਗੇਟ ਮੈਟ੍ਰਿਕਸ ਆਪਾਂ ਕੱਢ ਲਿਆ, ਫਿਰ ਉਹਦਾ ਟਰਾਂਸਪੋਜ਼ ਤੁਹਾਨੂੰ ਦੱਸਿਆ ਹੋਇਆ, ਰੋ ਦਾ ਕਾਲਮ, ਕਾਲਮ ਦਾ ਰੋ। ਠੀਕ ਹੈ, ਇਹਨੂੰ ਆਪਾਂ ਡਿਨੋਟ ਕਿਹਦੇ ਨਾਲ ਕਰਦੇ ਆ, ਏ ਥੀਟਾ ਨਾਲ ਡਿਨੋਟ ਕਰਦੇ ਆ। ਹਾਰਮੇਸ਼ਨ ਨੂੰ ਕਿਹਦੇ ਨਾਲ ਡਿਨੋਟ ਕਰਦੇ ਆ, ਏ ਥੀਟਾ ਨਾਲ। ਹਾਰਮੇਸ਼ਨ ਕਦੋਂ ਕਵਾਂਗੇ, ਜਦੋਂ ਇਹਦੇ ਕੰਜੂਗੇਟ ਦਾ ਟਰਾਂਸਪੋਜ਼ ਏ ਦੇ ਹੀ ਇਕੁਅਲ ਆ ਜੇ ਤਾਂ ਉਹ ਹਾਰਮੇਸ਼ਨ ਹੋ ਜਾਂਦਾ ਹੈ। ਸਕਿਊ ਹਾਰਮੇਸ਼ਨ ਕਦੋਂ ਹੁੰਦਾ ਹੈ, ਜਦੋਂ ਇਹਦਾ ਥੀਟਾ ਕਿਹਦੇ ਇਕੁਅਲ ਆ ਜੇ, ਮਾਈਨਸ ਏ ਦੇ ਇਕੁਅਲ ਆ ਜੇ। ਬਸ ਜਦੋਂ ਨੈਗੇਟਿਵ ਆਉਂਦਾ ਹੁੰਦਾ ਸਕਿਊ, ਜਦੋਂ ਨਹੀਂ ਆਉਂਦਾ ਨੈਗੇਟਿਵ ਉਦੋਂ ਕੀ ਹੋ ਜਾਂਦਾ, ਉਹ ਸਿਮੈਟ੍ਰਿਕ ਜਾਂ ਫਿਰ ਹਾਰਮੇਸ਼ਨ। ਸਮਝ ਲੱਗੀ। ਸਿਮੈਟ੍ਰਿਕ ਕੀ ਸੀਗਾ, ਟਰਾਂਸਪੋਜ਼ ਸੀਗਾ ਕੱਲਾ। ਹਾਰਮੇਸ਼ਨ ਦੇ ਵਿੱਚ ਕੀ ਹੁੰਦਾ ਹੈ, ਕੰਜੂਗੇਟ ਦਾ ਟਰਾਂਸਪੋਜ਼ ਹੁੰਦਾ, ਯਾਨੀ ਕਿ ਜਿੱਥੇ ਆਈਟਾ ਆ ਜੇ ਉੱਥੇ ਹਾਰਮੇਸ਼ਨ ਲੱਗੂਗਾ। ਠੀਕ ਹੈ, ਆਰਥੋਗਨਲ ਮੈਟ੍ਰਿਕਸ ਏ ਦੇ ਟਰਾਂਸਪੋਜ਼ ਨੂੰ ਏ ਨਾਲ ਮਲਟੀਪਲਾਈ ਕਰ ਲਓ, ਚਾਹੇ ਏ ਨੂੰ ਏ ਦੇ ਟਰਾਂਸਪੋਜ਼ ਨਾਲ ਮਲਟੀਪਲਾਈ ਕਰ ਲਓ, ਤਾਂ ਦੋਨਾਂ ਦੀ ਮਲਟੀਪਲਾਈ ਕਿਹਦੀ ਇਕੁਅਲ ਹੋਣੀ ਚਾਹੀਦੀ ਹੈ, ਆਇਡੈਂਟੀਟੀ ਦੀ। ਆਇਡੈਂਟੀਟੀ 2/2 ਦੀ ਹੁੰਦੀ ਹੈ 1001, 3/3 ਦੀ ਹੁੰਦੀ ਹੈ 100, 010, 001। ਇਹ ਆਪਾਂ ਕਰਕੇ ਆਏ ਪਹਿਲਾਂ। ਠੀਕ ਹੈ, ਉਸ ਤੋਂ ਯੂਨਿਟਰੀ ਆਰਥੋਗਨਲ ਮੈਟ੍ਰਿਕਸ ਪਤਾ ਲੱਗ ਗਿਆ। ਯੂਨਿਟਰੀ ਕੀ ਹੁੰਦਾ, ਥੀਟੇ ਵਾਲਾ। ਕੰਜੂਗੇਟ ਨੂੰ ਏ ਨਾਲ ਮਲਟੀਪਲਾਈ ਕਰ ਲਓ, ਚਾਹੇ ਏ ਨੂੰ ਕੰਜੂਗੇਟ ਨਾਲ ਮਲਟੀਪਲਾਈ ਕਰ ਲਓ, ਦੋਨਾਂ ਵੇਲੇ ਕੀ ਆਊਗਾ, ਆਇਡੈਂਟੀਟੀ ਹੀ ਬਣੂਗਾ। ਆਇਡੈਂਟੀਟੀ ਤੁਹਾਨੂੰ ਦੱਸਦਾ ਵੀ ਆਇਡੈਂਟੀਟੀ ਕੀ ਹੁੰਦੀ ਹੈ ਆਪਣੇ ਕੋਲ। ਨਿਲਪੋਟੈਂਟ ਮੈਟ੍ਰਿਕਸ ਦੇ ਡੈਫੀਨੇਸ਼ਨਸ ਨੇ, ਡੈਫੀਨੇਸ਼ਨਸ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਇੱਕ ਨੰਬਰ ਦੇ ਕੁਐਸਚਨਾਂ ਦੇ ਵਿੱਚ ਇਦਾਂ ਦਾ ਕੁਐਸਚਨ ਪੁੱਟ ਹੋ ਜਾਂਦਾ ਹੈ ਜਿਹੜਾ ਇਹ ਤੋਂ ਬਿਨਾ ਤੁਹਾਨੂੰ ਬੇਸਿਕ ਤੋਂ ਬਿਨਾ ਪਤਾ ਨਹੀਂ ਹੁੰਦਾ। ਇਸ ਕਰਕੇ ਬੇਸਿਕ ਕਰਨਾ ਜ਼ਰੂਰੀ ਹੈ। ਕੁਐਸਚਨ ਆਪਾਂ ਬਾਅਦ ਚੋਂ ਤਾਂ ਹੀ ਕਰਦੇ ਆ, ਤਾਂ ਹੀ ਮੈਂ ਤੁਹਾਨੂੰ ਪਹਿਲਾਂ ਸਾਰਾ ਬੇਸਿਕ ਕਰਾਉਣੀ ਹੈ। ਠੀਕ ਹੈ, ਬੇਸਿਕ ਕਰ ਲਓਗੇ ਤਾਂ ਕੁਐਸਚਨ ਤੁਹਾਡਾ ਜਿਹੜਾ ਬੇਸਿਕ ਤੋਂ ਬਣੂਗਾ ਉਹ ਨਹੀਂ ਰਹੂਗਾ। ਅਗਰ ਤੁਸੀਂ ਇਕੱਲੇ ਕੁਐਸਚਨ ਕਰਕੇ ਬਾਗੇ, ਇੱਥੋਂ ਕੁਐਸਚਨ ਪੁੱਟ ਹੋ ਗਿਆ ਤਾਂ ਤੁਹਾਡਾ ਜਿਹੜਾ ਉਹ ਕੁਐਸਚਨ ਆ ਉਹ ਰਹਿ ਜਾਊਗਾ। ਇਸ ਕਰਕੇ ਬੇਸਿਕ ਜ਼ਰੂਰੀ ਹੈ। ਨਿਲਪੋਟੈਂਟ ਮੈਟ੍ਰਿਕਸ a ਦੀ ਪਾਵਰ m, m ਕੀ ਹੈ, m ਇਜ਼ ਲੀਸਟ ਪੋਜ਼ਿਟਿਵ ਇੰਟੀਜ਼ਰ। ਕੋਈ ਵੀ ਪੋਜ਼ਿਟਿਵ ਇੰਟੀਜ਼ਰ 1 2 3 ਕੁਝ ਵੀ ਹੋ ਸਕਦਾ ਹੈ, ਉਹਦੀ ਵੈਲਿਊ ਕਿਹਦੀ ਇਕੁਅਲ ਹੋ ਜਾਂਦੀ ਹੈ, 0 ਦੀ। ਯਾਨੀ ਕਿ a ਦੀ ਪਾਵਰ 2 ਕਰਨ ਤੇ 0 ਬਣ ਜੇ, a ਦੀ ਪਾਵਰ 3 ਕਰਨ ਤੇ 0 ਬਣ ਜੇ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਨਿਲਪੋਟੈਂਟ। ਉਸ ਤੋਂ ਬਾਅਦ ਆਉਂਦਾ ਅਡਿਪੋਟੈਂਟ। ਅਡਿਪੋਟੈਂਟ ਕੀ ਹੁੰਦਾ ਹੈ, a ਦਾ ਸਕੁਅਰ। ਅਗਰ ਕੋਈ ਵੀ ਮੈਟ੍ਰਿਕਸ ਨੂੰ ਤੁਸੀਂ ਦੋ ਵਾਰ ਮਲਟੀਪਲਾਈ ਕਰ ਰਹੇ ਹੋ, ਸਕੁਅਰ ਮੈਟ੍ਰਿਕਸ ਹੋਣਾ ਚਾਹੀਦਾ ਉਹ, ਜਾਂ 2/2 ਦਾ, ਜਾਂ 3/3 ਦਾ, ਜਾਂ 4/4 ਦਾ, ਜਾਂ 1/1 ਦਾ। ਠੀਕ ਹੈ, ਉਹਨੂੰ ਅਗਰ ਦੋ ਵਾਰ ਮਲਟੀਪਲਾਈ ਕਰਕੇ a ਹੀ ਬਣ ਜੇ, ਸੇਮ ਹੀ ਆ ਜੇ, ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਅਡਿਪੋਟੈਂਟ ਮੈਟ੍ਰਿਕਸ। ਉਸ ਤੋਂ ਬਾਅਦ ਆ ਜਾਂਦਾ ਇਨਵੋਲੰਟਰੀ ਮੈਟ੍ਰਿਕਸ। ਇਨਵੋਲੰਟਰੀ ਕੀ ਹੁੰਦਾ ਹੈ, ਜਦੋਂ a ਦਾ ਸਕੁਅਰ ਕਿਹਦੇ ਇਕੁਅਲ ਬਣ ਜੇ, ਆਇਡੈਂਟੀਟੀ ਦੇ ਇਕੁਅਲ ਬਣ ਜੇ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਇਨਵੋਲੰਟਰੀ। ਹੁਣ ਇਹਨਾਂ ਸਾਰਿਆਂ ਨੂੰ ਇੱਕ ਵਾਰ ਰਿਪੀਟ ਕਰਕੇ ਦੇਖੋ। ਠੀਕ ਹੈ, ਕਿਹੜੇ ਕਿਹੜੇ ਸੀਗੇ, ਸਿਮੈਟ੍ਰਿਕ ਸੀਗਾ, a ਦਾ ਟਰਾਂਸਪੋਜ਼ a ਦੇ ਇਕੁਅਲ ਹੋ ਗਿਆ ਸੀ। ਸਕਿਊ ਸਿਮੈਟ੍ਰਿਕ, a ਦਾ ਟਰਾਂਸਪੋਜ਼ -a ਦੇ ਇਕੁਅਲ ਹੋ ਗਿਆ ਸੀ। ਕੰਜੂਗੇਟ a ਦਾ ਥੀਟਾ, a ਦਾ ਜਿਹੜਾ ਹੈਗਾ ਆਈਟਾ ਵਾਲੀਆਂ ਵੈਲਿਊਜ਼ ਹੈ ਉਹਨਾਂ ਦਾ ਆਪਾਂ ਜਿਹੜਾ ਹੈਗਾ ਸਾਈਨ ਚੇਂਜ ਕਰ ਦਿੰਦੇ ਆ। ਉਸ ਤੋਂ ਬਾਅਦ ਹਾਰਮੇਸ਼ਨ ਕੀ ਹੁੰਦਾ ਹੈ, a ਦਾ ਥੀਟਾ ਕਰਨ ਤੇ a ਆ ਜੇ ਤਾਂ ਹਾਰਮੇਸ਼ਨ ਹੋ ਜਾਂਦਾ ਹੈ, a ਦਾ ਥੀਟਾ ਕਰਨ ਤੇ -a ਆ ਜੇ ਤਾਂ ਸਕਿਊ ਹਾਰਮੇਸ਼ਨ ਹੋ ਜਾਂਦਾ ਹੈ। ਫਿਰ ਸੀਗਾ ਤੁਹਾਡੇ ਕੋਲੇ ਆਰਥੋਗਨਲ, a ਨੂੰ a ਟਰਾਂਸਪੋਜ਼ ਨਾਲ ਜਾਂ a ਟਰਾਂਸਪੋਜ਼ ਨੂੰ a ਨਾਲ ਮਲਟੀਪਲਾਈ ਕਰਨ ਤੇ ਆਇਡੈਂਟੀਟੀ ਬਣ ਜਾਂਦਾ ਹੈ। ਯੂਨਿਟਰੀ a ਦੇ ਥੀਟੇ ਨੂੰ a ਨਾਲ ਮਲਟੀਪਲਾਈ ਕਰਨ ਤੇ ਆਇਡੈਂਟੀਟੀ ਬਣ ਜਾਂਦਾ ਹੈ। ਨਿਲਪੋਟੈਂਟ ਉਹਦੀ ਪਾਵਰ ਕੁਝ ਵੀ ਕਰਨ ਤੇ ਪੋਜ਼ਿਟਿਵ ਪਾਵਰ ਹੋਣੀ ਚਾਹੀਦੀ ਹੈ, ਯਾਨੀ ਕਿ 1 2 3 ਪੋਜ਼ਿਟਿਵ ਹੋਣਾ ਚਾਹੀਦਾ, ਨੈਗੇਟਿਵ ਨਹੀਂ ਹੋਣਾ ਚਾਹੀਦਾ। 0 ਦੇ ਇਕੁਅਲ ਆ ਜੇ ਨਿਲਪੋਟੈਂਟ ਬਣ ਜਾਂਦਾ ਹੈ। ਅਡਿੰਪੋਟੈਂਟ ਕਿਸੇ ਵੀ ਮੈਟ੍ਰਿਕਸ ਦਾ ਸਕੁਅਰ ਕਰਨ ਤੇ ਅਗਲੋ ਸੇਮ ਮੈਟ੍ਰਿਕਸ ਬਣ ਜੇ, ਅਡਿੰਪੋਟੈਂਟ ਹੋ ਜਾਂਦਾ ਹੈ। ਇਨਵੋਲੰਟਰੀ ਜਦੋਂ ਕਿਸੇ ਵੀ ਮੈਟ੍ਰਿਕਸ ਦਾ ਸਕੁਅਰ ਕਰਨ ਤੇ ਆਇਡੈਂਟੀਟੀ ਬਣ ਜੇ ਤਾਂ ਕੀ ਹੋ ਜਾਂਦਾ ਹੈ, ਇਨਵੋਲੰਟਰੀ ਹੋ ਜਾਂਦਾ ਹੈ। ਰਿਪੀਟ ਹੋ ਗਿਆ। ਠੀਕ ਹੈ, ਹੁਣ ਆਪਾਂ ਚੱਲਦੇ ਹਾਂ ਕੁਐਸਚਨਸ। ਬਸ ਇੱਕ ਲਾਸਟ ਇੱਕ ਚੀਜ਼ ਹੋਰ ਰਹਿ ਗਈ ਸੀ, ਟ੍ਰੇਸ ਆਫ ਮੈਟ੍ਰਿਕਸ। ਸਮ ਆਫ ਆਲ ਨਾਨ ਡਾਇਗਨਲ ਐਲੀਮੈਂਟਸ। ਤੁਹਾਡੇ ਕੋਲੇ ਆਹ ਵਾਲਾ ਡਾਇਗਨਲ ਮੈਟ੍ਰਿਕਸ ਹੁੰਦਾ 2 0 0 0 3 0 0 0 1। ਜਦੋਂ ਤੁਸੀਂ ਇਹਦੇ ਡਾਇਗਨਲਸ ਜਿਹੜੇ ਹੁੰਦੇ ਨੇ, ਇਹਨਾਂ ਨੂੰ ਡਾਇਗਨਲ ਮੈਟ੍ਰਿਕਸ ਦੇ ਡਾਇਗਨਲਸ ਨੂੰ ਜਦੋਂ ਐਡ ਕਰ ਦਿੰਦੇ ਹੋ, ਉਹ ਕੀ ਹੋ ਜਾਂਦਾ, ਟ੍ਰੇਸ ਆਫ ਮੈਟ੍ਰਿਕਸ ਹੋ ਜਾਂਦਾ। ਡਾਇਗਨਲ ਮੈਟ੍ਰਿਕਸ ਤੁਹਾਨੂੰ ਦੱਸਿਆ ਸੀਗਾ ਕਿ ਸਿਰਫ ਡਾਇਗਨਲ ਐਲੀਮੈਂਟ ਨੂੰ ਛੱਡ ਕੇ ਬਾਕੀ ਸਾਰੇ ਕੀ ਹੋ ਜਾਂਦੇ ਨੇ, 0 ਹੋ ਜਾਂਦੇ ਨੇ, ਹੁੰਦਾ ਆਪਣਾ ਡਾਇਗਨਲ ਮੈਟ੍ਰਿਕਸ। ਠੀਕ ਹੈ, ਜਦੋਂ ਤੁਸੀਂ ਇਹ ਡਾਇਗਨਲ ਵਾਲੇ ਐਲੀਮੈਂਟਸ ਨੂੰ ਐਡ ਕਰ ਦਿੰਦੇ ਹੋ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਟ੍ਰੇਸ ਆਫ ਮੈਟ੍ਰਿਕਸ। ਆਓ ਜੀ ਕਰਦੇ ਹਾਂ ਫਸਟ ਕੁਐਸਚਨ। ਫਸਟ ਕੁਐਸਚਨ ਹੈ ਫਾਈਂਡ ਦਾ ਟਰਾਂਸਪੋਜ਼ ਆਫ ਦਾ ਮੈਟ੍ਰਿਕਸ। ਇਹਦੇ ਮੈਂ ਪਹਿਲੇ ਦਾ ਪਹਿਲਾ ਪਾਰਟ ਹੀ ਚੱਕਿਆ ਇੱਕ ਤਾਂ। ਠੀਕ ਹੈ, ਇੱਕ ਮੈਂ ਤੁਹਾਨੂੰ ਕਿਹਾ ਸੀ ਬੁੱਕਸ ਦੀ ਕੋਈ ਚਿੰਤਾ ਨਹੀਂ ਕਰਨੀ। ਬੁੱਕ ਜਿਹੜੀ ਵੀ ਹੈਗੀ ਤੁਹਾਡੇ ਕੋਲ ਮਾਡਰਨ ਦੀ, ਚਾਹੇ ਕੋਈ ਪੁਰਾਣਾ ਐਡੀਸ਼ਨ ਹੈ ਚਾਹੇ ਕੋਈ ਨਵਾਂ ਐਡੀਸ਼ਨ ਹੈ, ਉਹੀ ਕਰੀ ਚੱਲੋ।
मेरे कोले बुक जिहड़ी हैगी आ ਉਹ 2017 ਪਤਾ 18 ਦੀ ਐਡੀਸ਼ਨ ਦੀ ਹੈ। ਕਈ ਬੱਚਿਆਂ ਕੋਲੇ ਨਵੀਂ ਹੋਊਗੀ, ਕਈਆਂ ਕੋਲੇ ਪੁਰਾਣੀ ਹੋਊਗੀ, ਕਈਆਂ ਦੇ ਵਿੱਚ ਘੱਟ ਕੁਐਸਚਨ ਹੋਣਗੇ, ਕਈਆਂ ਦੇ ਵਿੱਚ ਜ਼ਿਆਦਾ ਕੁਐਸਚਨ ਹੋਣਗੇ। ਉਹ ਜਿੰਨੇ ਤੁਹਾਡੇ ਕੋਲੇ ਕੁਐਸਚਨ ਹੈਗੇ ਉਹ ਸਾਰੇ ਤੁਸੀਂ ਟਰਾਈ ਕਰਨੇ ਬਸ, ਚਾਹੇ ਤੁਹਾਡੇ ਕੋਲੇ ਘੱਟ ਹੈ ਚਾਹੇ ਤੁਹਾਡੇ ਕੋਲੇ ਜ਼ਿਆਦਾ ਨੇ। ਹਰੇਕ ਬੱਚੇ ਨੇ ਕੱਲਾ ਕੱਲਾ ਕੁਐਸਚਨ ਸੋਲਵ ਕਰਕੇ ਦੇਖਣੇ, ਠੀਕ ਹੈ। ਜਿੰਨੀ ਪ੍ਰੈਕਟਿਸ ਕਰੋਗੇ ਮੈਥ ਉਨਾ ਹੀ ਜ਼ਿਆਦਾ ਤੁਹਾਨੂੰ ਆਊਗਾ। ਦੇਖੋ ਬਈ ਇਹਦੇ ਚ ਕੀ ਸੀਗਾ, ਸਿਰਫ ਇੱਕ ਰੋ ਸੀਗੀ, ਤਾਂ ਇਹਨੂੰ ਇਹਦਾ ਟਰਾਂਸਪੋਜ਼ ਕਰਨਾ। ਇੱਕ ਇਹਦਾ ਕੀ ਬਣ ਜਾਊਗਾ, ਇੱਕ ਕਾਲਮ ਬਣ ਜਾਊਗਾ, पहला एलीमेंट दूजा एलीमेंट तीसरा एलीमेंट आलू करता ਆਪਾਂ ट्रांसपोज करना सी, इस करके ਜਿਹੜਾ ਹੈਗਾ मैं कंजुगेट नहीं करना सी। जे कंजुगेट ਕਰਨ ਨੂੰ ਕਹਿੰਦੇ ਫਿਰ ਇਹਦੀ ਵੈਲਿਊ ਆਪਾਂ ਮਾਈਨਸ ਕਰਦੇ, ਠੀਕ ਹੈ। ਇਹਦਾ ट्रांसपोज ਕੀ ਹੋ ਜਾਊਗਾ, ਮੈਂ ਇੱਥੇ ਲਿਖ ਲੈਣੀ ਇਹਦਾ ट्रांसपोज, ठीक है। ਇਹਦਾ ट्रांसपोज ਕੀ ਹੋ ਜਾਊਗਾ, ਪਹਿਲੀ ਰੋ ਨੂੰ ਪਹਿਲਾ ਕਾਲਮ ਬਣਾ ਦਾਂਗੇ 1 3 2, ਦੂਜੀ ਰੋ ਨੂੰ ਦੂਸਰਾ ਕਾਲਮ ਬਣਾ ਦਿੰਨੇ ਆ 0 2 1, ਤੀਸਰੀ ਰੋ ਨੂੰ ਤੀਸਰਾ ਕਾਲਮ ਬਣਾ ਦਿੰਨੇ ਆ 9 5 3। क्लियर। नेक्स्ट है फाइंड x इफ 5 2 by 3x z किदे इक्वल है, ਇਹਦੇ ट्रांसपोज इक्वल है। ए वाली वैल्यू एज इट इज ही है, ਇਹਦਾ ट्रांसपोज है। पहला ਇਹਨੂੰ ਆਪਾਂ एज इट इज लिखते हैं 5 2 by 3x z। ਇਹਦਾ ट्रांसपोज करोगे तो कितना आ जाएगा, पहली रो पहला कॉलम बन गया, दूसरी रो दूसरा कॉलम बन गया। हुण जदों इक्वल ने इट मीनस ਇਹਦਾ फर्स्ट एलीमेंट ਇਹਦੇ फर्स्ट एलीमेंट ਦੇ इक्वल हैगा जी, ਸੈਕਿੰਡ ਐਲੀਮੈਂਟ ਇਹਦੇ ਸੈਕਿੰਡ ਐਲੀਮੈਂਟ ਦੇ ਇਕੁਅਲ ਹੈ। 3x ਕਿਹਦੇ ਇਕੁਅਲ ਆ ਗਿਆ 12 ਦੇ। ਆਪਾਂ ਨੂੰ ਸਿਰਫ x ਦੀ ਵੈਲਿਊ ਚਾਹੀਦੀ ਸੀ ਤਾਂ ਆਪਾਂ ਇਕੱਲੇ ਇਹਨੂੰ ਸੋਲਵ ਕਰਾਂਗੇ। ਜੇ yz ਵੀ ਕਿਹਾ ਹੁੰਦਾ ਫਿਰ ਆਪਾਂ ਇਹਨਾਂ ਨੂੰ ਸੋਲਵ ਕਰਦੇ। ਹੁਣ ਆਪਾਂ ਨੂੰ ਇਹਨਾਂ ਨੂੰ ਸੋਲਵ ਕਰਨ ਦੀ ਜ਼ਰੂਰਤ ਹੀ ਨਹੀਂ, ਆਪਾਂ ਨੂੰ ਸਿਰਫ x ਪੁੱਛੇ ਤਾਂ x ਕਿੰਨਾ ਆ ਗਿਆ 12/3 4 ਆ ਗਿਆ। ਇਹ ਤੁਹਾਡਾ ਆਨਸਰ ਹੋ ਗਿਆ। ਨੈਕਸਟ ਕੁਐਸਚਨ ਦੇਖੋ, ਫਾਰ ਵਾਟ ਵੈਲਿਊ ਆਫ x ਦੀ ਕਿਹੜੀ ਵੈਲਿਊ ਲਈ ਇਜ਼ ਦਾ ਮੈਟ੍ਰਿਕਸ A ਇਜ਼ ਅ ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਸਕਿਊ ਸਿਮੈਟ੍ਰਿਕ ਕੀ ਹੁੰਦਾ, A is skew symmetric matrix, therefore A ਦਾ ट्रांसपोज ਇੱਥੇ if ਲਾ ਲਿਓ ਕਿਉਂਕਿ ਆਪਾਂ ਨੂੰ ਗਿਵਨ A ਦਾ ट्रांसपोज ਕਿਹਦੇ ਇਕੁਅਲ ਆ ਜਾਊਗਾ ਮਾਈਨਸ A ਦੇ ਇਕੁਅਲ ਆ ਜਾਊਗਾ। ਪਹਿਲਾਂ ਆਪਾਂ A ਦਾ ट्रांसपोज ਲਿਖਦੇ ਹਾਂ। A ਦਾ ट्रांसपोज ਕੀ ਹੋ ਜਾਊਗਾ, ਪਹਿਲੀ ਰੋ ਦਾ ਪਹਿਲਾ ਕਾਲਮ 0 1 -2, दूसरी रो ਦਾ ਕੀ ਬਣ ਜਾਊਗਾ दूसरा कॉलम, तीसरी रो की बन जाऊगी तीसरा कॉलम बन जाऊगी। किहदे इक्वल आ माइनस ए दे, माइनस ला के आपां ए लिख लैंदे आ -2 -1 0 3 x -3 ते 0। हुण देखो ਇਹਨੂੰ ਆਪਾਂ ਕੀ ਕਰਦੇ ਆ, ਲੈਫਟ ਸਾਈਡ ਤਾਂ ਇਹ ਤਾਂ ਆਪਣੇ ਕੋਲੇ ਕੁਛ ਨਹੀਂ, ਇਹਨੂੰ ਮਲਟੀਪਲਾਈ ਕਰ ਲੈਣੇ। ਇਹਨੂੰ ਮਲਟੀਪਲਾਈ ਕਰਾਂਗੇ ਲੈਫਟ ਹੈਂਡ ਸਾਈਡ ਤੱਕ ਬਾਹਰ ਕੁਛ ਨਹੀਂ ਹੈਗਾ, ਇਹ ਤਾਂ ਐਜ਼ ਇਟ ਇਜ਼ ਰਹਿ ਜੂਗੀ -3 -2 3 0। ਜਿਹੜਾ ਮਾਈਨਸ ਹੈ ਇਹ ਹਰੇਕ ਐਲੀਮੈਂਟ ਨਾਲ ਮਲਟੀਪਲਾਈ ਹੋਊਗਾ। 0 ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, -1 2 ਪਲੱਸ ਦਾ ਹੋ ਗਿਆ, 1 ਪਲੱਸ ਦਾ ਹੋ ਗਿਆ, 0 ਨੂੰ ਕੋਈ ਫਰਕ ਨਹੀਂ ਪੈਂਦਾ, 3 ਮਾਈਨਸ ਦਾ ਹੋ ਗਿਆ, x ਮਾਈਨਸ ਦਾ ਹੋ ਗਿਆ, ਔਰ ਇਧਰੋਂ ਕੀ ਆ ਜਾਊਗਾ 3 ਪਲੱਸ ਦਾ ਹੋ ਜਾਊਗਾ, 0 ਨੂੰ ਕੋਈ ਫਰਕ ਨਹੀਂ ਪੈਂਦਾ। ਪਹਿਲਾ ਐਲੀਮੈਂਟ ਪਹਿਲੇ ਦੇ ਇਕੁਅਲ, ਦੂਜਾ ਦੂਜੇ ਦੇ ਇਕੁਅਲ, ਤੀਜਾ ਕਿਹਦੇ ਇਕੁਅਲ ਆ ਜਾਊਗਾ, x ਦੀ ਵੈਲਿਊ ਕਿੰਨੀ ਆ ਜਾਊਗੀ 2 ਆ ਜਾਊਗੀ। ਇੱਥੋਂ ਵੀ ਕੱਢ ਸਕਦੇ ਸੀ, ਇੱਥੋਂ ਕੀ ਸੀਗਾ -x -2 ਦੇ ਇਕੁਅਲ, ਕੈਂਸਲ ਹੋ ਕੇ x ਦੀ ਵੈਲਿਊ 2 ਆ ਗਈ। ਕਲੀਅਰ, ठीक है। अगर स्पीड थोड़ी सी फास्ट लगी तो यूट्यूब पे घट करके देख लियो, या मैंने दस दिओ, मैं स्लो कर लूँगी, ठीक है। नैक्सट देखो ए किहदे इक्वल है 0 1 2 दे, बी किहदे इक्वल है 1 5 7 दे। वेरीफाई दैट ए बी दा ट्रांसपोज किहदे इक्वल है बी दा ट्रांसपोज ए दा ट्रांसपोज। पहला ए बी दी मल्टीप्लाई करते हैं, पहला लैफ्ट हैंड साइड लैने इहदी, लैफ्ट हैंड साइड वेरीफाई करना है, चैक करना है हैगा तां नहीं। जे क्या हुंदा शो दैट, फिर मतलब की सीगा इक्वल हुंदे ही हुंदे आ, ठीक है। इहनूं आपां वेरीफाई करना है। लैफ्ट हैंड साइड की है, पहला ए बी लैने फिर वह ट्रांसपोज करांगे। ए बी की मल्टीप्लाई करनी है 0 1 2, इधर हैगा 1 5 7। ए किन्ने बाई किन्ने का मैट्रिक्स है, ये 1 2 3 रो ने, 1 कॉलम है, ये की है 1 रो है 3 कॉलम है। मल्टीप्लाई पॉसीबल हैगी है, ये नंबर ऑफ रोज सॉरी ये नंबर ऑफ कॉलम ये नंबर ऑफ रोज के इक्वल है, तो जो नवा मैट्रिक्स आऊगा वो आऊगा 3/3 का आऊगा। करो प्रोडक्ट ये फर्स्ट रो फर्स्ट कॉलम 0 ਨੂੰ 1 ਨਾਲ ਕੀਤਾ 0, फर्स्ट रो सैकेंड कॉलम 0 ਨੂੰ 5 ਨਾਲ ਕੀਤਾ 0, फर्स्ट रो थर्ड कॉलम 0 ਨੂੰ 7 ਨਾਲ ਕੀਤਾ 0 आ गया। 1 ਨੂੰ फिर सैकेंड रो फर्स्ट कॉलम 1 ਨੂੰ 1 ਨਾਲ ਕੀਤਾ 1, फर्स्ट रो सैकेंड कॉलम 1 ਨੂੰ 5 ਨਾਲ ਕੀਤਾ 5, फिर 1 ਨੂੰ 7 ਨਾਲ ਕੀਤਾ 7, फिर 2 ਨੂੰ 1 ਨਾਲ ਕੀਤਾ 2, 2 ਨੂੰ 5 ਨਾਲ ਕੀਤਾ 10, 2 ਨੂੰ 7 ਨਾਲ ਕੀਤਾ 14। ਉਸ ਤੋਂ ਬਾਅਦ ਕੀ ਸੀਗਾ, ਇਹਦਾ ट्रांसपोज ਸੀਗਾ। ये तुसी अगले स्टैप च करना है, मैं इत्थे करवा रही हूँ क्योंकि नहीं फिर वीडियो लंबी हो जाती है। ਇਹਦਾ ट्रांसपोज करांगे तो फर्स्ट रो की बन जूगी फर्स्ट कॉलम बन जूगी, सैकेंड रो की बन जूगी सैकेंड कॉलम बन जूगी, थर्ड रो की बन जूगी
थर्ड कॉलम बन जूगी। आ गया अपने कोले ए बी का ट्रांसपोज कंप्लीट हो गया। हुण देखो राइट हैंड साइड बी का ट्रांसपोज ए का ट्रांसपोज, पहला ट्रांसपोज फिर मल्टीप्लीकेशन, बी का ट्रांसपोज की बन जूगा इक्को ही रो सी तो यदा इक्को ही कॉलम बन जूगा 1 5 7। हुण ए देखो ए का ट्रांसपोज की हो जूगा इक्को ही रो सीगी तो यदा की बन जूगा, सॉरी इक्को ही कॉलम सीगा तो यदी की बन जूगी इक्को ही रो बन जूगी। ए मैट्रिक्स किन्ने दा आ गया 3 रो 1 कॉलम, ये किन्नी हैगी 1 रो 3 कॉलम, तो मैट्रिक्स इहदा भी की आऊगा 3 बाय 3 का आऊगा। इनू मल्टीप्लाई करांगे 0 आ गया, 1 ना मल्टीप्लाई करांगे 1 आ गया, 2 ना मल्टीप्लाई करांगे 2 आ गया, 5 नू 0 नाल करांगे 0, 5 नू 1 नाल करांगे 5, 5 नू 2 नाल करांगे 10, 7 नू 0 नाल करांगे 0, 7 नू 1 नाल करांगे 7, 7 नू 2 नाल करांगे 14। चेक करो दोनों इक्वल आए, ठीक है। तो आप लिख देंगे ए बी दा ट्रांसपोज इज इक्वल टू बी दा ट्रांसपोज ए दा ट्रांसपोज, हैंस वेरीफाइड। क्लियर, ठीक है। ना मूव टू नैक्सट क्वेश्चन, शायद एक दो क्वेश्चन मैं होर रखे हुए। इस बाद रखे मैं 18वां क्वेश्चन, तुहाडे पता नहीं किहड़ा होगा। इफ ए बी अ स्केयर मैट्रिक्स, सॉरी फोन हिल गया सी। इफ ए बी अ स्केयर मैट्रिक्स प्रूव दैट, प्रूव करना इट मीनस ये होगा ही होगा पक्का। ए दा ट्रांसपोज एंड ए दा ट्रांसपोज ए आर बोथ सिमेट्रिक मैट्रिक्स। इन्होंने आपां नूं कीता ए कोई भी स्केयर मैट्रिक्स दिता होया, तां आपां इहनूं प्रूव करना है ए दा ट्रांसपोज ए की है सिमेट्रिक है। पहला इनू लैने जो सिमेट्री करना हो तो आप ट्रांसपोज करते होंगे। अगर यदा ट्रांसपोज इसे दे इक्वल आ गया तो यह सिमेट्रिक हो जाऊगा। जो यदा ट्रांसपोज किया आप हुणे करके आए हैं ए बी का ट्रांसपोज कि इक्वल सी बी का ट्रांसपोज ए का ट्रांसपोज, यानी कि उल्ट जाता है। ये आ गया ए ट्रांसपोज का ट्रांसपोज तो ए का ट्रांसपोज, पहला ए ट्रांसपोज होगा फिर एदा। ए का 2 बार ट्रांसपोज करन ते की बन जाता होंगे ए इंटू ए का ट्रांसपोज। ए का ट्रांसपोज करन ते सेम बन गया तो की बन गया देयरफॉर ए दा ट्रांसपोज इज सिमेट्रिक मैट्रिक्स। हैंड राइटिंग देना जाओ भाई, ठीक है। नेक्स्ट है ए दा ट्रांसपोज ए दा ट्रांसपोज करके देखिए ए की बन जूगा ए दा ट्रांसपोज फिर ए ट्रांसपोज दा ट्रांसपोज, पहला ए दा ट्रांसपोज होगा फिर एदा होगा, तो ए हो गया ए दा ट्रांसपोज। ए दे ट्रांसपोज दा ट्रांसपोज की होंदा है हमेशा ए होंदा है, तो ए दा ट्रांसपोज करन ते एदे इक्वल ही आ गया, तो ये भी की हो गया देयरफॉर ए ट्रांसपोज ए इज अ सिमेट्रिक मैट्रिक्स। इस बाद मैं लिया 24th क्वेश्चन। शो दैट द मैट्रिक्स बी ट्रांसपोज ए बी इज सिमेट्रिक और स्क्यू सिमेट्रिक अकॉर्डिंग टू ए इज सिमेट्रिक और स्क्यू सिमेट्रिक। अगर कहते ए सिमेट्रिक है तो आ वाला भी सिमेट्रिक होगा, अगर ए स्क्यू सिमेट्रिक है तो ए वाली चीज भी स्क्यू सिमेट्रिक बन जाएगी। पहला आप ए नूं लैके चलते हैं सिमेट्रिक, ठीक है। इफ ए इज सिमेट्रिक, अगर ए सिमेट्रिक है देयरफॉर ए दा ट्रांसपोज किहदे इक्वल आऊगा ए दे इक्वल आऊगा। हुण आपां इहनूं चैक करते हैं भी ए सिमेट्रिक है तो ए की बन रहा, इहनूं आपां की लिखांगे बी दा ट्रांसपोज ए बी ए दा ट्रांसपोज, तो इहनूं रिवर्सल लाओ ही लगूगा, पहला बी दा ट्रांसपोज फिर ए दा ट्रांसपोज फिर बी ट्रांसपोज दा ट्रांसपोज। बी दा ट्रांसपोज आ गया ए दा ट्रांसपोज किहदे इक्वल है ए दे इक्वल है, बी ट्रांसपोज दा ट्रांसपोज की हो गया बी हो गया। देखो ए दा ट्रांसपोज करन ते यही चीज बन गई, आप इहनूं लिख दांगे बी दा ट्रांसपोज ए बी ए दा ट्रांसपोज किहदे इक्वल आ गया बी दा ट्रांसपोज ए बी आ गया, तो की बन गया इज सिमेट्रिक। हुण तुसीं लैके चलो इफ ए इज स्क्यू सिमेट्रिक, जे ए स्क्यू सिमेट्रिक हो जाए दैन ए दा ट्रांसपोज किहदे इक्वल होगा माइनस ए दे इक्वल होगा। हुण इहनूं करके देखदे हां बी ट्रांसपोज ए बी दा ट्रांसपोज, पहला बी दा ट्रांसपोज फिर ए दा ट्रांसपोज फिर बी ट्रांसपोज दा ट्रांसपोज, बी दा ट्रांसपोज ए दा ट्रांसपोज की है माइनस ए है, इत्थे माइनस लाने की बजाय मैं इत्थे लगा ला इंटू बी ट्रांसपोज दा ट्रांसपोज बी आ गया, तो यदी वैल्यू किहदे होगी इसे दे नैगेटिव दे इक्वल होगी, यानी कि बी ट्रांसपोज ए बी दा ट्रांसपोज किहदे इक्वल आ गया माइनस बी ट्रांसपोज ए बी। देयरफॉर बी ट्रांसपोज ए बी इज स्क्यू सिमेट्रिक किहदे अकॉर्डिंग ए दे अकॉर्डिंग। जे ए सिमेट्रिक है तो ए भी सिमेट्रिक है, जे ए स्क्यू सिमेट्रिक है तो ए भी स्क्यू सिमेट्रिक है। नैक्सट मैं 25वां क्वेश्चन लिया, ये 2-3 पार्ट ने 25वें क्वेश्चन के।
25वें क्वेश्चन ਦੇ ਵਿੱਚ ਕੀ ਹੈ, ਲੈਟ A ਐਂਡ B ਬੀ ਸਿਮੈਟ੍ਰਿਕ ਮੈਟ੍ਰਿਕਸ। A ਤੇ B ਦੋਨੋਂ ਸਿਮੈਟ੍ਰਿਕ ਮੈਟ੍ਰਿਕਸ ਆਫ ਸੇਮ ਆਰਡਰ ਜਾਨੀ ਕਿ 2x2 ਦੇ 3x3 ਦੇ ਜਾਂ 1x1 ਦੇ ਜਾਂ 4x4 ਦੇ। ਦੈਨ ਸ਼ੋ ਦੈਟ A plus B ਇਜ਼ ਸਿਮੈਟ੍ਰਿਕ। A ਤੇ B ਦੋਨੋਂ ਸਿਮੈਟ੍ਰਿਕ ਹੈ, ਠੀਕ ਹੈ। A ਐਂਡ B ਆਰ ਸਿਮੈਟ੍ਰਿਕ, ਦੋਨੋਂ ਸਿਮੈਟ੍ਰਿਕ ਹੈ। ਦਿਸ ਇੰਪਲਾਈਜ਼ A ਦਾ ਟਰਾਂਸਪੋਜ਼ A ਦੇ ਇਕੁਅਲ ਹੋਊਗਾ, B ਦਾ ਟਰਾਂਸਪੋਜ਼ B ਦੇ ਇਕੁਅਲ ਹੋਊਗਾ। ਕਰ ਲਓ ਇਹਦਾ ਟਰਾਂਸਪੋਜ਼ A plus B। ਚੈੱਕ ਤੁਸੀਂ ਕਿਹਨੂੰ ਕਰਨਾ ਹੈ, A plus B ਨੂੰ। ਇਹਦਾ ਟਰਾਂਸਪੋਜ਼ ਕਰੋਗੇ, ਇਹਦਾ ਟਰਾਂਸਪੋਜ਼ ਕੀ ਹੁੰਦਾ ਹੈ, A ਦਾ ਟਰਾਂਸਪੋਜ਼ ਪਲੱਸ B ਦਾ ਟਰਾਂਸਪੋਜ਼। ਕੀਤੀਆਂ ਸੀ ਨਾ ਆਇਡੈਂਟੀਟੀਜ਼। ਤਾਂ ਹੁਣ ਦੇਖੋ A ਦਾ ਟਰਾਂਸਪੋਜ਼ ਕਿਹਦੇ ਇਕੁਅਲ ਹੈ, A ਦੇ। B ਦਾ ਟਰਾਂਸਪੋਜ਼ ਕਿਹਦੇ ਇਕੁਅਲ ਹੈ, B ਦੇ ਇਕੁਅਲ ਹੈ। ਦਿਸ ਇੰਪਲਾਈਜ਼ A plus B ਦਾ ਟਰਾਂਸਪੋਜ਼ ਤੁਹਾਡੇ ਕੋਲੇ ਕਿਹਦੇ ਇਕੁਅਲ ਆ ਗਿਆ, A plus B ਦੇ ਇਕੁਅਲ ਹੀ ਆ ਗਿਆ। Therefore A plus B is सिमेट्रिक। नैक्सट देखो AB माइनस BA इज स्क्यू सिमेट्रिक। आ सारे लिए कॉमन दी हुई है पूरे क्वेश्चन लिए। A ते B की ने सिमेट्रिक मैट्रिक्स ने। इफ A एंड B आर सिमेट्रिक मैट्रिसेस देयरफॉर A दा ट्रांसपोज A दे इक्वल, B दा ट्रांसपोज B दे इक्वल। ठीक है, हुण देखो आपां किहनूं चैक करना है, ए बी माइनस बी ए चैक करना, यदा ट्रांसपोज कर दो। माइनस वाले जिमें प्लस वाले का ट्रांसपोज ये इक्वल सी, माइनस वाले का भी सेम ही होंगे, पहले का ट्रांसपोज माइनस दूजे का ट्रांसपोज। देखो हुण इत्थे रिवर्सल लॉ लगूगा क्योंकि आपस प्रोडक्ट है, बी का ट्रांसपोज ए का ट्रांसपोज, इत्थे भी रिवर्सल लॉ ए का ट्रांसपोज बी का ट्रांसपोज। बी का ट्रांसपोज किहदे इक्वल है, बी दे, ए का ट्रांसपोज ए दे, माइनस ए बी आ। जे इथों माइनस कॉमन कढ़ लीए तो ए बी माइनस बी ए ही बन जूगा। एदा ट्रांसपोज ये माइनस के इक्वल आ गया, ए बी माइनस बी ए दा ट्रांसपोज किहदे इक्वल आ गया, माइनस बी ए। तो देयरफॉर ए बी माइनस बी ए की हो गया, इज स्क्यू सिमेट्रिक। ठीक है, थर्ड पार्ट मैं तुहाडे लई छड्ड रही हां, इहनूं सॉल्व करके तुसीं जिहड़ा हैगा प्रूव तुहाडा हो जाऊगा। नहीं होऊगा तो मैनूं दस दिओ, फिर मैं जिहड़ा हैगा करवा दूंगी। वैसे ये तुहाडे तो हो जाऊगा क्योंकि मैं 2-3 पार्ट करवाते ना, ईजिली तुसीं कर सकते हो। अगर फिर भी कोई प्रॉब्लम आई तो पुछ लिओ। नैक्सट क्वेश्चन करते हैं इस तो बाद। नैक्सट क्वेश्चन की है, ये 4-5 पार्ट है। 26वां क्वेश्चन है, लास्ट क्वेश्चन एक्सरसाइज का। बस ये लास्ट क्वेश्चन ही करवाऊंगी मैं तुहानूं। एक्सप्रैस एज द सम ऑफ सिमेट्रिक एंड स्क्यू सिमेट्रिक मैट्रिक्स। ठीक है, तुसीं तुहानूं एक मैट्रिक्स दिता होया, ਉਹਨੂੰ ਤੁਸੀਂ ਕੀ ਕਰਨਾ ਹੈ, ਸਿਮੈਟ੍ਰਿਕ ਤੇ ਸਕੂ ਸਿਮੈਟ੍ਰਿਕ ਮੈਟ੍ਰਿਕਸ ਦੇ ਸਮ ਦੀ ਫਾਰਮ ਦੇ ਵਿੱਚ ਲਿਖਣਾ ਹੈ। ਪਹਿਲਾਂ ਤਾਂ ਜਿਹੜਾ ਤੁਹਾਨੂੰ ਮੈਟ੍ਰਿਕਸ ਦਿੱਤਾ ਹੋਇਆ ਉਹਨੂੰ A ਨਾਲ ਡਿਨੋਟ ਕਰ ਲਓ। 6 -2 2 -2 3 -1 2 -1 ਤੇ 3। ਫਿਰ ਤੁਸੀਂ ਕੱਢ ਲਓ A ਦਾ ਟਰਾਂਸਪੋਜ਼। A ਦਾ ਟਰਾਂਸਪੋਜ਼ ਕੀ ਹੁੰਦਾ ਹੈ, ਸੌਰੀ, ਫਸਟ ਰੋ ਦਾ ਫਸਟ ਕਾਲਮ ਬਣ ਜਾਊਗਾ 6 -2 2, ਸੈਕੰਡ ਰੋ ਦਾ ਸੈਕੰਡ ਕਾਲਮ ਬਣ ਗਿਆ, थर्ड रो का की बन जाऊगा, थर्ड कॉलम बन जाऊगा। ठीक है, हुण देखो बई पहला आपां एक बार इनू की करते हैं, ए प्लस ए का ट्रांसपोज करते हैं। ए प्लस ए का ट्रांसपोज का सम करते हैं। 6 + 6 कितना हो जाऊगा 12, -2 कितना हो गया -4, 2 ते 2 कितना हो गया 4, -2 ते -2 कितना हो गया -4, 3 ते 3 कितना बन गया 6, -1 ते -1 कितना हो गया -2। ये प्लस माइनस मैं पिछे करवा आई हूँ तां करके मैं लिख नहीं रही, डायरैक्ट तुहानूं प्लस करवा रही हूँ। 2 ते 2 कितना हो गया 4, -1 ते -1 कितना हो गया -2, 3 ते 3 कितना हो गया 6 हो गया। ठीक है, हुण आपां की करते हैं, इनू 2 नाल डिवाइड करते हैं। 1/2 A प्लस A का ट्रांसपोज। सब तो सौखा क्वेश्चन है तो आऊगा भी ये क्वेश्चन, जे आया तो 6 या 5 नंबर के विच आऊगा, सब तो ईजी क्वेश्चन है। ठीक है, इनू भी फिर 1/2 नाल डिवाइड करांगे। 12 -4 ते 4, -4 6 ते -2 4, -2 ते 6। 1/2 2 नाल डिवाइड करना, इट मीनस जे 2 नाल डिवाइड करांगे तो सारे एलीमेंट 2 नाल डिवाइड हो जाएंगे। ठीक है, सारे एलीमेंट 2 नाल डिवाइड हो गए। इनू 2 नाल डिवाइड किया 6, इनू 2 नाल करोगे -2, 4 नू 2 नाल करोगे 2, इत्थे -2 3 ते -1, इत्थे आ जाऊगा 2 -1 ते 3 आ जाऊगा। ठीक है, क्लीयर। हुण आपां करदे हां A माइनस A का ट्रांसपोज। A माइनस A का ट्रांसपोज करो,
ਦੋਨਾਂ ਨੂੰ ਮਾਈਨਸ ਕਰੋ 6 - 6 0 -2 ਤੇ -2 ਨੂੰ ਮਾਈਨਸ ਕਰਾਂਗੇ 0 ਸੇਮ ਨੂੰ ਮਾਈਨਸ ਕਰਾਂਗੇ ਸਾਰੇ ਸੇਮ ਹੈ ਤਾਂ ਸਾਰਾ ਕੀ ਬਣ ਜਾਊਗਾ 0 0 0 ਬਣ ਜਾਊਗਾ ਜੋ ਦੋਨਾਂ ਨੂੰ ਮਾਈਨਸ ਕੀਤਾ ਠੀਕ ਹੈ ਦੋਨਾਂ ਨੂੰ ਮਾਈਨਸ ਕੀਤਾ ਤਾਂ ਕੀ ਬਣ ਗਿਆ ਇਹਨਾਂ ਦੋਨਾਂ ਨੂੰ ਹੀ ਕੀਤਾ ਇਹ ਤੁਸੀਂ ਲਿਖ ਕੇ ਕਰਨਾ ਮੈਂ ਥੋੜਾ ਜਿਹਾ ਵੀਡੀਓ ਲੰਬੀ ਹੋਣ ਕਰਕੇ ਤਾਂ ਕਰਕੇ ਮੈਂ ਥੋੜਾ ਜਿਹਾ ਜਲਦੀ ਕਰਵਾਤਾ ठीक है पहला तुसी जिवें a प्लस ए है पहला a लिखोगे फिर प्लस a दा ट्रांसपोज लिखोगे फिर a लिखोगे सेम a माइनस a दा ट्रांसपोज है पहला a लिखोगे फिर a दा ट्रांसपोज लिखोगे फिर दोनों दी माइनस करके a वाली वैल्यू लिखोगे हुण आपां की करदे हां हाफ कर दिंदे हाफ ऑफ ਇਹਦਾ ਹਾਫ ਕਰਾਂਗੇ ਤਾਂ ਇੱਧਰ ਵੀ ਹਾਫ ਹੋ ਜਾਊਗਾ 0 0 0 0 0 0 0 0 0 ਤਾਂ 0 ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ ਕੀ ਆ ਜਾਊਗਾ ਆਪਣੇ ਕੋਲ ਸਾਰੇ ਐਲੀਮੈਂਟ 0 ਬਣ ਜਾਣਗੇ ਹੁਣ ਦੇਖੋ ਜਿਹੜਾ ਪਹਿਲਾਂ ਵਾਲਾ ਸੀਗਾ ਇਹਨੂੰ ਆਪਾਂ ਕੀ ਲਿਖਾਂਗੇ which is symmetric ਜਿਹੜਾ a ਵਾਲਾ ਇਹ ਕੀ ਹੈ skew symmetric ਜਿਹੜਾ ਮਾਈਨਸ ਵਾਲਾ ਹੁੰਦਾ ਹੈ ਉਹ skew symmetric ਹੁੰਦਾ ਹੈ ਠੀਕ ਹੈ ਹੁਣ ਆਪਾਂ ਕੀ ਲਿਖਾਂਗੇ hence ਜਿਹੜੀ a ਆ ਤੁਹਾਡੀ ਉਹ ਕਿਹਦੇ ਇਕੁਅਲ ਹੈ ਹਾਫ ਆਫ symmetric plus half of skew symmetric symmetric ਕੀ ਆਇਆ ਸੀ ਤੁਹਾਡੇ ਕੋਲੇ ਆ ਵਾਲਾ ਆਇਆ ਸੀ ਇਹਨੂੰ ਲਿਖ ਲੈਣੇ 6 - 2 2 6 - 2 ਤੇ 2 -2 3 - 1 -2 3 - 1 2 - 1 3 2 - 1 3 प्लस की आ जाऊगा 0 0 0 0 0 0 0 0 0 ਇਹਨਾਂ ਨੂੰ ਪਲੱਸ ਕਰਕੇ ਅਗਰ ਤੁਹਾਡਾ a ਹੀ ਬਣ ਗਿਆ ਤੁਹਾਡਾ ਆਨਸਰ ਸਹੀ ਹੈ ਜੇ ਨਹੀਂ a ਬਣਦਾ ਤੁਹਾਡਾ ਆਨਸਰ ਗਲਤ ਹੈ ਆਪਣਾ ਆਨਸਰ ਇਹੀ ਆਊਗਾ ਕਿਉਂਕਿ ਆਨਸਰ ਆਪਾਂ ਇਹੀ ਕੱਢਣਾ ਸੀ ਉਹ ਤਾਂ ਆਪਣਾ ਚੈੱਕ ਕਰਨ ਵਾਸਤੇ ਹੈ ਠੀਕ ਹੈ ਕਲੀਅਰ ਨੈਕਸਟ ਵਾਲੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਵਾਲੀ ਐਕਸਰਸਾਈਜ਼ ਕਰਾਂਗੇ ਥੈਂਕਸ ਫॉर ਵਾਚਿੰਗ ਥੈਂਕ ਯੂ